प्यारे विद्यार्थियों, ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਆਪਾਂ ਵੀਡੀਓ ਦੇ ਵੱਖਰੇ ਵੱਖਰੇ ਮਾਧਿਅਮ ਰਾਹੀਂ ਤੁਹਾਨੂੰ ਵਿਆਕਰਨ ਬਾਰੇ ਜਾਣਕਾਰੀ ਦੇ ਰਹੇ ਹਾਂ ਅਤੇ ਇਸ ਗੱਲ ਦੀ ਵੀ ਆਸ ਰੱਖਦਾ ਹਾਂ ਕਿ ਤੁਸੀਂ ਸਾਡੇ ਦੁਆਰਾ ਤਿਆਰ ਕੀਤੀਆਂ ਗਈਆਂ ਵਿਆਕਰਨ ਦੀਆਂ ਵੱਖਰੀਆਂ ਵੱਖਰੀਆਂ ਜਿਹੜੇ ਵੀਡੀਓਜ਼ ਨੂੰ ਤੁਸੀਂ ਵੇਖ ਰਹੇ ਹੋਵੋਗੇ ਅਤੇ ਵੇਖ ਕੇ ਤੁਸੀਂ ਆਪਣੀ ਵਿਆਕਰਨ ਦੀ ਪੜ੍ਹਾਈ ਪੂਰਨ ਰੂਪ ਵਿੱਚ ਕਰ ਰਹੇ ਹੋਵੋਗੇ। ਜਿਸ ਲੜੀ ਦੇ ਤਹਿਤ ਮੈਂ ਆਪ ਜੀ ਨੂੰ ਅੱਜ ਪੜਨਾਮ ਬਾਰੇ ਦੱਸਾਂਗਾ ਕਿ ਪੜਨਾਮ ਕੀ ਹੁੰਦਾ ਹੈ, ਇਸ ਦੀਆਂ ਕਿੰਨੀਆਂ ਕਿਸਮਾਂ ਹਨ ਅਤੇ ਇਹ ਜਿਹੜਾ ਗਾ ਕਿਸ ਤਰ੍ਹਾਂ ਇਸ ਦੀ ਵਰਤੋਂ ਹੁੰਦੀ ਹੈ। ਸੋ ਪੜਨਾਮ ਇੱਕ ਅਜਿਹੀ ਸ਼ਬਦ ਸ਼੍ਰੇਣੀ ਹੈ ਜੋ ਪੰਜਾਬੀ ਭਾਸ਼ਾ ਦੀ ਜਿਹੜੀ ਵਾਕ ਬਣਤਰ ਵਿੱਚ ਨਾਮ ਸ਼ਬਦਾਂ ਦੀ ਥਾਂ ਉੱਤੇ ਵਰਤੀ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਵਿਆਕਰਨਿਕ ਤੌਰ ਦੇ ਉੱਤੇ ਜੇ ਅਸੀਂ ਪੜਨਾਮ ਦੀ ਪਰਿਭਾਸ਼ਾ ਨਿਸ਼ਚਿਤ ਕਰਦੇ ਹਾਂ ਤਾਂ ਇਹ ਬਣਦੀ ਹੈ ਕਿ ਜੋ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ। ਮੈਂ ਹੁਣ ਤੁਹਾਡੇ ਨਾਲ ਕਰਦਾ ਉਦਾਹਰਨ ਦੇ ਤੌਰ 'ਤੇ, ਜਿਵੇਂ ਮੋਹਨ ਸਕੂਲ ਜਾਂਦਾ ਹੈ, ਮੋਹਨ ਸਕੂਲ ਜਾ ਕੇ ਪੜ੍ਹਦਾ ਹੈ, ਮੋਹਨ ਖਾਣਾ ਖਾਂਦਾ ਹੈ, ਮੋਹਨ 2 ਵਜੇ ਛੁੱਟੀ ਹੋਣ 'ਤੇ ਘਰ ਵਾਪਸ ਆਉਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਜਿਹੜਾ ਬਾਰ-ਬਾਰ ਇਹਨਾਂ ਵਾਕਾਂ ਦੇ ਅੰਦਰ ਮੋਹਨ ਆਇਆ ਹੈ ਇਹ ਨਾਮ ਹੈ। ਜਿਹੜੀ ਆਪਾਂ ਨੇ ਡੈਫੀਨੇਸ਼ਨ ਵਿਆਕਰਨਿਕ ਤੌਰ 'ਤੇ ਕੀਤੀ ਹੈ ਕਿ ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਣ। ਹੁਣ ਦੇਖੋ, ਮੋਹਨ ਸਕੂਲ ਜਾਂਦਾ ਹੈ, ਉਹ ਉੱਥੇ ਜਾ ਕੇ ਖਾਣਾ ਖਾਂਦਾ ਹੈ, ਉਹ 2 ਵਜੇ ਛੁੱਟੀ ਹੋਣ 'ਤੇ ਘਰ ਵਾਪਸ ਆਉਂਦਾ ਹੈ। ਜਿਹੜਾ ਉਹ ਹੈ, ਉਹ ਸ਼ਬਦ ਹੈ ਜਿਹੜਾ ਉਹ ਮੋਹਨ ਦੀ ਥਾਂ ਨਾਮ ਦੀ ਥਾਂ 'ਤੇ ਲੈ ਲਈ ਹੈ। ਇਸ ਲਈ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਨੇ, ਭਾਵ ਜਿਹੜਾ ਸ਼ਬਦ ਬਾਰ-ਬਾਰ ਰਿਪੀਟ ਹੁੰਦਾ ਹੈ, ਬਾਰ-ਬਾਰ ਰਿਪੀਟ ਹੋਣ ਕਰਕੇ ਉਸ ਸ਼ਬਦ ਨੂੰ ਖਤਮ ਕਰਕੇ ਉਹਦੀ ਥਾਂ 'ਤੇ ਇੱਕ ਸ਼ਬਦ ਜਿਹੜਾ ਗਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਉਹ ਜਿਹੜਾ ਪੜਨਾਮ ਹੈ। ਪੜਨਾਮ ਕਿਵੇਂ? ਉਦਾਹਰਨ ਦੇ ਤੌਰ 'ਤੇ ਮੈਂ, ਅਸੀਂ, ਤੂੰ, ਤੁਸੀਂ, ਇਹ, ਉਹ, ਆਪ, ਖੁਦ, ਆਪ, ਆਪਣਾ, ਆਪਸ, ਇਹ, ਉਹ, ਆਹ, ਸਾਰੇ, ਬਿਰਲਾ, ਅਨੇਕ, ਬਹੁਤ, ਥੋੜ੍ਹਾ, ਕੋਈ, ਜਿਹੜਾ, ਜੋ, ਸੋ, ਕੌਣ, ਕਿਹੜਾ, ਕੀ, ਕਿਹਨੂੰ, ਇਹ ਸਾਰੇ ਹੀ ਸ਼ਬਦ ਸਾਡੇ ਪੜਨਾਮ ਨੇ। ਸੋ ਪਿਆਰੇ ਵਿਦਿਆਰਥੀਓ, ਜਦੋਂ ਆਪਾਂ ਪੜਨਾਮ ਦੀਆਂ ਕਿਸਮਾਂ ਨੂੰ ਅਰਥ ਦੇ ਪੱਖ ਤੋਂ ਦੇਖਦੇ ਹਾਂ ਤਾਂ ਅਰਥ ਦੇ ਪੱਖੋਂ ਪੜਨਾਮ ਦੀਆਂ 6 ਕਿਸਮਾਂ ਹਨ। ਨੰਬਰ 1 ਪੁਰਖਵਾਚਕ ਪੜਨਾਮ, ਨੰਬਰ 2 ਨਿਜਵਾਚਕ ਪੜਨਾਮ, ਨੰਬਰ 3 ਨਿਸ਼ਚੈਵਾਚਕ ਪੜਨਾਮ, ਨੰਬਰ 4 ਅਨਿਸ਼ਚੈਵਾਚਕ ਪੜਨਾਮ, ਨੰਬਰ 5 ਸੰਬੰਧਵਾਚਕ ਪੜਨਾਮ, ਨੰਬਰ 6 ਪ੍ਰੇਸ਼ਨਵਾਚਕ ਪੜਨਾਮ। ਸੋ ਨੰਬਰ 1 ਜਿਹੜਾ ਸਾਡਾ ਪੁਰਖਵਾਚਕ ਪੜਨਾਮ ਹੈ, ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦ ਦੀ ਵਰਤੋਂ ਕਰਦੇ ਹਾਂ ਉਸ ਨੂੰ ਅਸੀਂ ਪੁਰਖਵਾਚਕ ਪੜਨਾਮ ਕਹਿੰਦੇ ਹਾਂ। ਸਮਝਣ ਦੀ ਕੋਸ਼ਿਸ਼ ਕਰੋ ਕਿ ਆਪਸੀ ਗੱਲਬਾਤ ਦੌਰਾਨ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ 'ਤੇ ਜਿਹੜੇ ਸ਼ਬਦ ਦੀ ਵਰਤੋਂ ਕਰਦੇ ਹਾਂ ਅਸੀਂ ਉਸ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਹਾਂ। ਜਿਵੇਂ ਮੈਂ, ਤੂੰ, ਉਹ ਆਦਿ। ਸੋ ਇਹ ਪੜਨਾਮ ਕੇਵਲ ਪੁਰਖਾਂ ਲਈ ਹੀ ਵਰਤੇ ਜਾਂਦੇ ਨੇ। ਪੁਰਖਵਾਚਕ ਪੜਨਾਮ 3 ਪ੍ਰਕਾਰ ਦਾ ਹੁੰਦਾ ਹੈ: ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ। ਹੁਣ ਇੱਥੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰਾਂ ਨਾਲ ਕਿ ਫਸਟ ਪਰਸਨ, ਸੈਕੰਡ ਪਰਸਨ ਅਤੇ ਥਰਡ ਪਰਸਨ। ਜਿਹੜਾ ਸਾਡਾ ਪਹਿਲਾ ਪੁਰਖ ਹੈ, ਪਹਿਲਾ ਪੁਰਖ ਉਸ ਨੂੰ ਕਹਿੰਦੇ ਨੇ ਜਿਹੜਾ ਪੁਰਖ ਗੱਲ ਕਰਦਾ ਹੈ ਉਸ ਨੂੰ ਪਹਿਲਾ ਪੁਰਖ ਕਿਹਾ ਜਾਂਦਾ ਹੈ ਅਤੇ ਉਹ ਆਪਣਾ ਨਾਂ ਲੈਣ ਦੀ ਥਾਂ ਆਪਣੇ ਲਈ ਮੈਂ, ਅਸੀਂ, ਸਾਨੂੰ, ਸਾਡਾ ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਹ ਸਾਰੇ ਜਿਹੜੇ ਸਾਡੇ ਸ਼ਬਦ ਨੇ ਇਹ ਪਹਿਲੇ ਪੁਰਖ ਨੂੰ ਸੰਬੋਧਿਤ ਕਰਦੇ ਹਨ। ਇਹਨੂੰ ਅਸੀਂ ਪਹਿਲਾ ਪੁਰਖ ਕਹਿ ਦਿੰਦੇ ਹਾਂ। ਜਿਵੇਂ ਮੈਂ ਆਪਣੇ ਬਾਰੇ ਗੱਲ ਕਰ ਰਿਹਾ, ਮੈਂ, ਮੈਨੂੰ ਪਹਿਲੇ ਪੁਰਖ ਦੇ ਇੱਕ ਵਚਨ ਰੂਪ ਹਨ। ਅਸੀਂ, ਸਾਡਾ, ਸਾਨੂੰ ਇਹ ਬਹੁ ਵਚਨ ਹਨ। ਪਹਿਲੇ ਪੁਰਖ ਨੂੰ ਅਸੀਂ ਉੱਤਮ ਪੁਰਖ ਵੀ ਕਹਿ ਦਿੰਦੇ ਹਾਂ। ਦੂਸਰਾ ਪੁਰਖ ਜਿਸ ਨਾਲ ਗੱਲ ਕੀਤੀ ਜਾਂਦੀ ਹੈ। ਜੋ ਤੁਸੀਂ ਇਹ ਗੱਲ ਦੇਖੋ ਕਿ 2 ਬੰਦੇ ਆਪਸੀ ਗੱਲਬਾਤ ਕਰ ਰਹੇ ਹੋਣ, ਇੱਕ ਬੰਦਾ ਗੱਲ ਕਰ ਰਿਹਾ ਅਤੇ ਦੂਜਾ ਸੁਣ ਰਿਹਾ। ਜਿਹੜਾ ਬੰਦਾ ਗੱਲ ਕਰ ਰਿਹਾ ਉਹ ਪਹਿਲਾ ਪੁਰਖ ਹੈ, ਜਿਹੜਾ ਬੰਦਾ ਗੱਲ ਸੁਣ ਰਿਹਾ ਉਸ ਨੂੰ ਦੂਜਾ ਪੁਰਖ ਕਿਹਾ ਜਾਂਦਾ ਹੈ। ਗੱਲ ਕਰਨ ਵਾਲਾ
ਉਸ ਦਾ ਨਾਂ ਲੈਣ ਦੀ ਥਾਂ 'ਤੇ ਤੂੰ, ਤੁਹਾਨੂੰ, ਤੈਨੂੰ, ਤੁਸੀਂ, ਤੁਹਾਡਾ ਸ਼ਬਦ ਦੀ ਵਰਤੋਂ ਕਰਦਾ ਹੈ। ਇਸ ਲਈ ਦੂਜੇ ਪੁਰਖ ਨੂੰ ਅਸੀਂ ਪੁਰਖਵਾਚਕ ਪੜ੍ਹਨਾਮ ਦਾ ਦੂਜਾ ਪਾਰਟ ਕਹਿ ਦਿੰਦੇ ਹਾਂ। ਜਦੋਂ ਅਸੀਂ ਉਸ ਬੰਦੇ ਦਾ ਸਾਹਮਣੇ ਬੈਠੇ ਬੰਦੇ ਦਾ ਨਾਮ ਨਹੀਂ ਲੈਂਦੇ, ਅਸੀਂ ਉਸ ਨਾਲ ਗੱਲ ਜਦੋਂ ਕਰਦੇ ਹਾਂ, ਤੇਰਾ ਕੀ ਹਾਲ ਹੈ, ਤੂੰ ਕੀ ਕਰ ਰਿਹਾ ਹੈ, ਤੈਨੂੰ ਕਿੱਥੇ ਜਾਣਾ ਚਾਹੀਦਾ ਹੈ, ਭਾਵ ਜਦੋਂ ਦੂਜੇ ਪੁਰਖ ਦੇ ਪੜ੍ਹਨਾਮ ਨੇ ਜਿਹੜੇ ਇਹ ਤੂੰ, ਤੈਨੂੰ, ਤੇਰਾ, ਇਹ ਦੂਜੇ ਪੁਰਖ ਦੇ ਇੱਕ ਵਚਨ ਨੇ। ਤੁਸੀਂ, ਤੁਹਾਨੂੰ ਅਤੇ ਤੁਹਾਡਾ ਇਹ ਬਹੁਵਚਨ ਨੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਹ ਗੱਲ ਦੇਖੋ ਕਿ ਜਿਵੇਂ ਆਪਸੀ ਗੱਲਬਾਤ ਚੱਲ ਰਹੀ ਹੁੰਦੀ ਹੈ, ਜਦੋਂ ਅਸੀਂ ਕਿਸੇ ਤੀਜੇ ਬੰਦੇ ਦੀ ਗੱਲਬਾਤ ਕਰ ਰਹੇ ਹੋਈਏ, ਭਾਵ ਜਦੋਂ ਤੀਸਰਾ ਬੰਦਾ ਮੌਕੇ 'ਤੇ ਹਾਜ਼ਰ ਨਾ ਹੋਵੇ ਪਰ ਅਸੀਂ ਉਹਦੀ ਗੱਲ ਕਰ ਰਹੀ ਹੋਈਏ ਤਾਂ ਉਸਨੂੰ ਅਸੀਂ ਤੀਜਾ ਪੁਰਖ ਕਹਿ ਦਿੰਦੇ ਹਾਂ। ਭਾਵ ਜਿਸ ਪੁਰਖ ਬਾਰੇ ਗੱਲ ਕੀਤੀ ਜਾਂਦੀ ਹੈ, ਭਾਵ ਉਹ ਪੁਰਖ ਦਾ ਬਾਰ-ਬਾਰ ਨਾਂ ਲੈਣ ਦੀ ਥਾਂ 'ਤੇ ਅਸੀਂ ਕਹਿੰਦੇ ਉਹ, ਉਹਦਾ, ਉਹਦੀ, ਉਹਨਾਂ, ਇਹ, ਇਹਨਾਂ, ਇਹਦਾ, ਇਹਦੀ। ਜਦੋਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਇੱਥੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਤੀਜੇ ਪੁਰਖ ਦੀ ਗੱਲ ਕਰ ਰਹੇ ਹਾਂ। ਸੋ ਇਹ ਪੜ੍ਹਨਾਮ ਦੇ ਨਿਕਟ ਪੁਰਖ ਵੀ ਲਈ ਗੱਲ ਕੀਤੀ ਜਾਂਦੀ ਹੈ, ਭਾਵ ਉਹ ਦੂਰ ਲਈ। ਸੋ ਪੰਜਾਬੀ ਵਿੱਚ ਇੱਕ ਵਚਨ ਅਤੇ ਬਹੁਵਚਨ ਲਈ ਇਹ ਅਤੇ ਉਹ ਵਰਤੇ ਜਾਂਦੇ ਹਨ, ਪਰ ਕਈ ਵਾਰ ਬੁਲਾਰਾ ਬਹੁਵਚਨ ਰੂਪ ਇਹ ਤੋਂ ਇਹਨਾਂ ਅਤੇ ਉਹ ਤੋਂ ਉਹਨਾਂ ਦੀ ਵਰਤੋਂ ਕਰ ਲੈਂਦਾ ਹੈ। ਜਿਵੇਂ ਉਹ ਆ ਗਿਆ ਇੱਕ ਵਚਨ ਹੈ, ਜਾਂ ਉਹ ਆ ਗਏ ਹਨ ਬਹੁਵਚਨ ਬਣ ਗਿਆ। ਇਹਨਾਂ ਦਾ ਮੇਰੇ ਕੰਮ ਵਿੱਚ ਬੋਲਣਾ ਠੀਕ ਨਹੀਂ, ਉਹਨਾਂ ਨੇ ਅੱਜ ਇੱਥੇ ਕੀ ਕਰਨ ਆਉਣਾ ਹੈ, ਭਾਵ ਇਹਨੂੰ ਅਸੀਂ ਤੀਜੇ ਪੁਰਖ ਦੀ ਗੱਲ ਕਰ ਲੈਂਦੇ ਹਾਂ। ਜਦੋਂ ਦੋ ਪੁਰਖ ਆਪਸੀ ਗੱਲਬਾਤ ਕਰ ਰਹੇ ਹੋਣ, ਆਪਸੀ ਵਾਰਤਾਲਾਪ ਕਰ ਰਹੇ ਹੋਣ, ਜਦੋਂ ਤੀਜੇ ਪੁਰਖ ਬਾਰੇ ਗੱਲ ਕੀਤੀ ਗਈ ਹੋਵੇ, ਜਿਹੜਾ ਬੰਦਾ ਉੱਥੇ ਪ੍ਰੈਜ਼ੈਂਟ ਨਾ ਹੋਵੇ, ਉਸ ਨੂੰ ਅਸੀਂ ਤੀਜਾ ਪੁਰਖ ਕਹਿ ਦਿੰਦੇ ਹਾਂ। ਸੋ ਅਗਲਾ ਹੈਗਾ ਨਿੱਜਵਾਚਕ ਪੜ੍ਹਨਾਮ। ਨਿੱਜਵਾਚਕ ਪੜ੍ਹਨਾਮ ਉਹ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿੱਜਤਾ ਨੂੰ ਪ੍ਰਗਟਾਵੇ, ਉਸ ਨੂੰ ਨਿੱਜਵਾਚਕ ਪੜ੍ਹਨਾਮ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਸਿਰਫ ਆਪ ਨਿੱਜਵਾਚਕ ਪੜ੍ਹਨਾਮ ਹੈ, ਪਰ ਇਸ ਤੋਂ ਹੀ ਆਪਣਾ, ਆਪਣੇ, ਆਪ, ਆਪਸ ਆਦਿ ਬਣਾ ਲਏ ਜਾਂਦੇ ਹਨ। ਖੁਦ ਜਾਂ ਨਿੱਜੀ ਆਦਿ ਸ਼ਬਦ ਨੂੰ ਨਿੱਜਵਾਚਕ ਪੜ੍ਹਨਾਮ ਵਜੋਂ ਵਰਤ ਲਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ। ਹੁਣ ਇੱਥੇ ਜਿਹੜਾ ਆਪ ਹੈ ਇਹ ਨਿੱਜਵਾਚਕ ਹੈ, ਸੰਬੋਧਨ ਹੈ ਕਿ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ, ਤੁਹਾਡੇ ਨਾਲ ਨਿੱਜੀ ਤੌਰ 'ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ। ਅੱਜ ਕੱਲ੍ਹ ਦੇ ਨੌਜਵਾਨ ਨਸ਼ੇ ਕਰਕੇ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ, ਨਿੱਜ ਦੀ ਗੱਲ ਕਰ ਰਿਹਾ ਹੈ। ਸੋ ਪਿਆਰੇ ਵਿਦਿਆਰਥੀਓ, ਜਦੋਂ ਆਪ ਸ਼ਬਦ ਨਿੱਜਵਾਚਕ ਪੜ੍ਹਨਾਮ ਹੋ ਸਕਦਾ ਹੈ ਤਾਂ ਉਹ ਪੁਰਖਵਾਚਕ ਪੜ੍ਹਨਾਮ ਵੀ, ਕਿਉਂਕਿ ਨਿੱਜਵਾਚਕ ਪੜ੍ਹਨਾਮ ਤਿੰਨਾਂ ਪੁਰਖਾਂ ਦੇ ਨਾਲ ਹੀ ਵਰਤਿਆ ਜਾਂਦਾ ਹੈ। ਜਿਵੇਂ ਮੈਂ, ਆਪ, ਤੁਸੀਂ, ਆਪ, ਉਹ ਆਦਿ। ਅੱਗੇ ਹੈਗਾ ਨਿਸ਼ਚੈਵਾਚਕ ਪੜ੍ਹਨਾਮ। ਨਿਸ਼ਚੈਵਾਚਕ ਪੜ੍ਹਨਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਵੇਂ ਨਵੇਂ ਮੁੱਖ ਅਧਿਆਪਕ ਜੀ ਨੂੰ ਸਕੂਲ ਦੀ ਜਾਣਕਾਰੀ ਦਿੰਦੇ ਹੋਏ ਸੈਕੰਡ ਮਾਸਟਰ ਜੀ ਦੱਸ ਰਹੇ ਸਨ ਕਿ ਇਹ ਸਕੂਲ ਦਾ ਦਫ਼ਤਰ ਹੈ, ਆਹ ਡਰਾਇੰਗ ਰੂਮ ਹੈ, ਉਹ ਸਾਇੰਸ ਦੇ ਮਾਸਟਰ ਜੀ ਹਨ। ਸੋ ਇਹ ਜਿਹੜਾ ਵਾਕ ਦੇ ਅੰਦਰ ਜਿਹੜੀਆਂ ਗੱਲਾਂ ਆਈਆਂ ਨੇ, ਇਹ ਹੈ, ਉਹ ਹੈ, ਉਹ ਹੈ, ਇਹ ਨਿਸ਼ਚੇ ਦਾ ਗਿਆਨ ਕਰਾਉਂਦੇ ਨੇ। ਕਿਹਦਾ ਗਿਆਨ ਕਰਾਉਂਦੇ ਨੇ? ਨਿਸ਼ਚੇ ਦਾ ਗਿਆਨ ਕਰਾਉਂਦੇ ਨੇ, ਭਾਵ ਜਿਹੜੇ ਸ਼ਬਦਾਂ ਦੇ ਅੰਦਰ ਵਰਤੋਂ ਕਰਦਾ ਹੈ ਵਿਅਕਤੀ ਬਾਰੇ ਦੱਸੀ ਗਈ ਜਿਹੜੀ ਵਸਤੂ ਹੈ ਬਾਰੇ ਨਿਸ਼ਚਿਤਤਾ ਦੱਸੀ ਜਾਂਦੀ ਹੈ ਕਿ ਆਹ ਡਰਾਇੰਗ ਦਾ ਰੂਮ ਦਾ ਕਮਰਾ ਹੈ, ਆਹ ਜਿਹੜਾ ਹੈਗਾ ਸਾਡਾ ਇਹ ਸਕੂਲ ਦਾ ਦਫ਼ਤਰ ਹੈ, ਇਹ ਸਾਇੰਸ ਦੇ ਉਹ ਸਾਇੰਸ ਦੇ ਮਾਸਟਰ ਹਨ। ਇਸ ਪ੍ਰਕਾਰ ਜਦੋਂ ਕਿਸੇ ਬਾਰੇ ਨਿਸ਼ਚਿਤ ਰੂਪ ਵਿੱਚ ਗਿਆਨ ਦਿੱਤਾ ਜਾਵੇ, ਭਾਵ ਇਹ ਕਿਸੇ ਦੱਸ ਰਹੇ ਵਿਅਕਤੀ ਜੀਵ ਵਸਤੂ ਬਾਰੇ ਦੱਸਣ ਲਈ ਨਾਮ ਦੀ ਥਾਂ 'ਤੇ ਵਰਤਿਆ ਜਾਣ ਵਾਲਾ ਜਿਹੜਾ ਸ਼ਬਦ ਹੈ ਉਹ ਨਿਸ਼ਚੈਵਾਚਕ ਪੜ੍ਹਨਾਮ ਕਹਾਉਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਅਨਿਸ਼ਚੈਵਾਚਕ ਪੜ੍ਹਨਾਮ ਨਾਮ ਸ਼ਬਦ ਦੀ ਥਾਂ ਵਰਤੇ ਜਾਣ ਵਾਲੇ ਪੜ੍ਹਨਾਮ ਸ਼ਬਦ ਤੋਂ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ, ਭਾਵ ਅਸਪਸ਼ਟਤਾ ਹੋਵੇ। ਜਿਵੇਂ ਉਹਨੂੰ ਨਿਸ਼ਚੈਵਾਚਕ ਪੜ੍ਹਨਾਮ ਕਿਹਾ ਜਾਂਦਾ। ਜਿਵੇਂ ਕਈ, ਕੁਝ, ਕੋਈ, ਹੋਰ, ਕੁਝ ਹੋਰ, ਅਨੇਕ, ਬਿਰਲਾ ਆਦਿ। ਜਿਵੇਂ ਦੇਖੋ ਉਦਾਹਰਨ ਦੇ ਤੌਰ 'ਤੇ ਕਹਿ ਸਕਦੇ ਹਾਂ, ਕਈ ਪੜ੍ਹਾਈ ਵਿੱਚ ਵੀ ਉਨੀ ਦਿਲਚਸਪੀ ਰੱਖਦੇ ਹਨ ਜਿੰਨੀ ਖੇਡਾਂ ਵਿੱਚ।
ਵਿਗਿਆਨ ਦੀ ਕਾਢਾਂ ਨਾਲ ਅਨੇਕਾਂ ਦਾ ਜੀਵਨ ਸੁਖਾਲਾ ਹੋ ਗਿਆ। ਹੁਣ ਇੱਥੇ ਆ ਗਿਆ ਕਿ ਜਿਹੜਾ ਕਈ ਵਿਅਕਤੀ ਨੇ, ਜਿਹੜੇ ਕਈ ਵਿਦਿਆਰਥੀ ਨੇ ਪੜ੍ਹਾਈ ਵਿੱਚ ਦਿਲਚਸਪੀ ਵੀ ਰੱਖਦੇ ਨੇ ਅਤੇ ਜਿੰਨੀ ਖੇਡਾਂ ਵਿੱਚ। ਹੁਣ ਇੱਥੇ ਅਨਿਸ਼ਚਿਤਤਾ ਹੈ, ਕੋਈ ਕਲੀਅਰ ਗੱਲ ਨਹੀਂ ਹੈਗੀ ਕਿ ਕਿੰਨੀ ਹੈ ਕਿੰਨੀ ਨਹੀਂ। ਇਸੇ ਪ੍ਰਕਾਰ ਵਿਗਿਆਨ ਦੀਆਂ ਖੇਡਾਂ ਦੀ ਗੱਲ ਕਾਢਾਂ ਦੀ ਗੱਲ ਕਰਦੀ ਹੈ, ਉੱਥੇ ਅਨੇਕਾਂ ਪਾਪ ਇਹ ਨਹੀਂ ਪਤਾ ਅਨੇਕਾਂ ਦਾ ਜੀਵਨ ਸੁਖਾਲਾ ਹੋ ਗਿਆ। ਕਿੰਨਾ ਦਾ ਜੀਵਨ ਸੁਖਾਲਾ ਹੋ ਗਿਆ? ਬਹੁਤ ਸਾਰਿਆਂ ਦਾ, ਇਹ ਨਹੀਂ ਪਤਾ ਕਿੰਨੇ ਨੇ। ਸੋ ਇਸ ਤੋਂ ਅੱਗੇ ਆ ਗਿਆ ਸੰਬੰਧਵਾਚਕ ਪੜ੍ਹਨਾਂਵ। ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਦੋ ਵਾਕਾਂ ਦਾ ਸੰਬੰਧ ਜੋੜੇ, ਉਸ ਨੂੰ ਸੰਬੰਧਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਜਿਸ ਕਿਸੇ, ਜਿਹੜਾ ਕੋਈ ਅਤੇ ਜੋ ਸੋ ਜਿਹੜਾ ਆਦਿ। ਜਿਵੇਂ ਦੇਖੋ, ਜੋ ਕਰੇਗਾ ਸੋ ਭਰੇਗਾ, ਜੋ ਕਰੇਗਾ ਸੋ ਭਰੇਗਾ। ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜ੍ਹਦਾ ਰਹਿੰਦਾ ਹੈ। ਹੁਣ ਇਹਦੇ ਦੋ ਵਾਕਾਂ ਨੂੰ ਆਪਸ ਜੋੜਿਆ ਹੈ, ਕਰੇਗਾ ਅਤੇ ਭਰੇਗਾ, ਜੋ ਅਤੇ ਸੋ। ਉਦੋਂ ਆ ਗਿਆ ਜਿਹੜਾ ਆ ਗਿਆ, ਮੇਰਾ ਇੱਕ ਜਮਾਤੀ ਹੈ ਹਰ ਵੇਲੇ ਪੜ੍ਹਦਾ ਰਹਿੰਦਾ ਹੈ, ਇਸ ਨੂੰ ਜਿਹੜਾ ਸ਼ਬਦ ਕਹਿ ਦਿੱਤਾ। ਸੋ ਇਸ ਪ੍ਰਕਾਰ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ 'ਤੇ ਵਰਤਿਆ ਜਾਵੇ ਪਰ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਸੰਬੰਧਵਾਚਕ ਪੜ੍ਹਨਾਂਵ ਜਿਹੜਾ ਗਾ ਕਿਹਾ ਜਾਂਦਾ ਹੈ। ਅਗਲਾ ਹੈਗਾ ਪ੍ਰੇਸ਼ਨਵਾਚਕ ਪੜ੍ਹਨਾਂਵ। ਜਿਹੜਾ ਸ਼ਬਦ ਨਾਮ ਦੀ ਥਾਂ 'ਤੇ ਵਰਤਿਆ ਜਾਵੇ ਪਰ ਨਾਲ ਹੀ ਉਸ ਰਾਹੀਂ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ, ਉਸ ਨੂੰ ਕਹਿੰਦੇ ਅਸੀਂ ਪ੍ਰੇਸ਼ਨਵਾਚਕ ਪੜ੍ਹਨਾਂਵ। ਜਿਵੇਂ ਕੌਣ, ਕੀ, ਕਿਹੜਾ, ਕਿਹਨੂੰ। ਉਦਾਹਰਨ ਹੈ ਕਿ ਜਮਾਤ ਵਿੱਚ ਕੌਣ ਰੌਲਾ ਪਾ ਰਿਹਾ ਸੀ, ਪਹਿਲੀ ਘੰਟੀ ਵਿੱਚ ਕਿਹੜਾ ਕਿਹੜਾ ਗੈਰ ਹਾਜ਼ਰ ਸੀ, ਤੁਹਾਨੂੰ ਇਹ ਗੱਲ ਕਿਹਨੇ ਦੱਸੀ। ਭਾਵ ਵਾਕ ਦੇ ਅੰਦਰ ਜਿਹੜਾ ਹੈਗਾ ਪੜ੍ਹਨਾਂਵ ਹੈਗਾ ਪਰ ਉਹ ਨਾਲ ਪ੍ਰਸ਼ਨ ਦੀ ਗੱਲ ਕਰ ਰਿਹਾ ਹੈ। ਜਮਾਤ ਵਿੱਚ ਕੌਣ ਰੌਲਾ ਪਾ ਰਿਹਾ ਸੀ, ਜਦੋਂ ਟੀਚਰ ਆਇਆ ਉਹਨੇ ਪੁੱਛਿਆ ਕੌਣ ਸ਼ੋਰ ਪਾ ਰਿਹਾ ਸੀ, ਕੌਣ ਰੌਲਾ ਪਾ ਰਿਹਾ, ਅਤੇ ਕੌਣ ਆ ਗਿਆ। ਪਹਿਲੀ ਘੰਟੀ ਵਿੱਚ ਕਿਹੜਾ ਕਿਹੜਾ ਗੈਰ ਹਾਜ਼ਰ ਸੀ, ਹੁਣ ਇੱਥੇ ਕਿਹੜਾ ਕਿਹੜਾ ਆ ਗਿਆ। ਸੋ ਵਿਦਿਆਰਥੀਓ ਕਿ ਜਿਹਦੇ ਵਿੱਚ ਸ਼ਬਦ ਨਾਮ ਸ਼ਬਦ ਦੀ ਵਰਤੋਂ ਤਾਂ ਕੀਤੀ ਜਾਵੇ ਜਿਹੜੇ ਸ਼ਬਦ ਵਿੱਚ, ਪਰ ਨਾਲ ਹੀ ਉਸ ਰਾਹੀਂ ਕੋਈ ਨਾ ਕੋਈ ਪ੍ਰਸ਼ਨ ਪੁੱਛ ਗਿਆ ਹੋਵੇ, ਉਸ ਨੂੰ ਅਸੀਂ ਪ੍ਰੇਸ਼ਨਵਾਚਕ ਪੜ੍ਹਨਾਂਵ ਦੀ ਕੈਟਾਗਰੀ ਵਿੱਚ ਰੱਖਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਹੁਣ ਜੇ ਆਪਾਂ ਗੱਲ ਕਰੀਏ ਕਿ ਮੈਂ ਇੱਕ ਵਚਨ ਹੈ, ਅਸੀਂ ਬਹੁਵਚਨ ਹੈ, ਮੈਨੂੰ ਇੱਕ ਵਚਨ ਹੈ, ਸਾਨੂੰ ਬਹੁਵਚਨ ਹੈ, ਮੇਰੇ ਰਾਹੀਂ ਜਾਂ ਮੇਥੋਂ ਇੱਕ ਵਚਨ ਹੈ, ਸਾਡੇ ਰਾਹੀਂ ਜਾਂ ਸਾਥੋਂ ਬਹੁਵਚਨ ਹੈ, ਮੇਰੇ ਵਾਸਤੇ ਜਾਂ ਮੇਰੇ ਲਈ ਇੱਕ ਵਚਨ ਹੈ, ਸਾਡੇ ਵਾਸਤੇ ਜਾਂ ਸਾਡੇ ਲਈ ਬਹੁਵਚਨ ਹੈ, ਮੈਥੋਂ ਮੇਰੇ ਪਾਸੋਂ ਮੇਰੇ ਕੋਲੋਂ ਇੱਕ ਵਚਨ ਹੈ, ਅਤੇ ਸਾਥੋਂ ਸਾਡੇ ਪਾਸੋਂ ਸਾਡੇ ਕੋਲੋਂ ਬਹੁਵਚਨ ਹੈ। ਮੇਰਾ, ਮੇਰੇ, ਮੇਰੀ, ਮੇਰੀਆਂ ਇੱਕ ਵਚਨ ਹੋ ਗਿਆ, ਸਾਡਾ, ਸਾਡੇ, ਸਾਡੀ, ਸਾਡੀਆਂ ਬਹੁਵਚਨ ਹੋ ਗਿਆ। ਸੋ ਪਿਆਰੇ ਦੂਜੇ ਪੁਰਖ ਦੇ ਵਿੱਚ ਤੂੰ ਇੱਕ ਵਚਨ, ਤੁਸੀਂ ਅਤੇ ਤੁਸਾਂ ਬਹੁਵਚਨ, ਤੈਨੂੰ ਇੱਕ ਵਚਨ, ਤੁਹਾਨੂੰ ਬਹੁਵਚਨ, ਤੇਰੇ ਰਾਹੀਂ ਜਾਂ ਤੇਥੋਂ ਇੱਕ ਵਚਨ, ਤੁਹਾਡੇ ਰਾਹੀਂ ਜਾਂ ਤੁਹਾਥੋਂ ਬਹੁਵਚਨ, ਤੇਰੇ ਵਾਸਤੇ ਜਾਂ ਤੇਰੇ ਲਈ ਇੱਕ ਵਚਨ, ਤੁਹਾਡੇ ਵਾਸਤੇ ਜਾਂ ਤੁਹਾਡੇ ਲਈ ਬਹੁਵਚਨ, ਤੇਰਾ, ਤੇਰੇ, ਤੇਰੀ, ਤੇਰੀਆਂ ਇੱਕ ਵਚਨ, ਤੁਹਾਡਾ, ਤੁਹਾਡੇ, ਤੁਹਾਡੀ, ਤੁਹਾਡੀਆਂ ਬਹੁਵਚਨ। ਇਸੇ ਪ੍ਰਕਾਰ ਤੀਜਾ ਪੁਰਖ ਹੋ ਗਿਆ, ਇਹ, ਉਹ, ਇਹਨੇ, ਉਹਨੇ, ਇਹ ਇੱਕ ਵਚਨ, ਇਹ, ਉਹ, ਇਹਨਾਂ ਨੇ ਬਹੁਵਚਨ। ਇਸੇ ਤਰ੍ਹਾਂ ਇਹਨੂੰ, ਉਹਨੂੰ, ਇਸ ਨੂੰ, ਉਸ ਨੂੰ ਇੱਕ ਵਚਨ ਆ ਗਿਆ, ਇਹਨਾਂ ਨੂੰ, ਉਹਨਾਂ ਨੂੰ, ਉਸ ਨੂੰ ਬਹੁਵਚਨ ਆ ਗਿਆ। ਇਹਦੇ ਕੋਲ, ਉਹਦੇ ਕੋਲ, ਇਸ ਕੋਲ, ਉਸ ਕੋਲ ਇੱਕ ਵਚਨ ਆ ਗਿਆ, ਇਹਨਾਂ ਕੋਲ ਅਤੇ ਉਹਨਾਂ ਕੋਲ ਬਹੁਵਚਨ ਆ ਗਿਆ। ਸੋ ਪਿਆਰੇ ਵਿਦਿਆਰਥੀਓ, ਇਹ ਜਿਹੜਾ ਸਾਡਾ ਪੜ੍ਹਨਾਂਵ ਹੈ, ਪੜ੍ਹਨਾਂਵ ਵਾਸਤਵ ਰੂਪ ਦੇ ਵਿੱਚ ਅਸੀਂ ਕੀ ਕਹਿੰਦੇ ਹਾਂ, ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੜ੍ਹਨਾਂਵ ਕਿਹਾ ਜਾਂਦਾ ਹੈ। ਅਤੇ ਨਾਮ ਸ਼ਬਦ ਦੀ ਥਾਂ ਪੜ੍ਹਨਾਂਵ ਸ਼ਬਦ ਇਸ ਲਈ ਵਰਤੇ ਜਾਂਦੇ ਨੇ ਕਿਉਂਕਿ ਨਾਮ ਦੇ ਅੰਦਰ ਜਿਹੜਾ ਕਿ ਸ਼ਬਦ ਆ ਬਾਰ-ਬਾਰ ਰਿਪੀਟ ਹੁੰਦਾ ਹੈ, ਫਸਟ ਪਰਸਨ ਲਈ ਜਾਂ ਸੈਕੰਡ ਪਰਸਨ ਲਈ ਜਾਂ ਥਰਡ ਪਰਸਨ ਲਈ, ਇਸ ਲਈ ਉਹਨਾਂ ਦੀ ਥਾਂ 'ਤੇ ਇੱਕੋ ਹੀ ਸ਼ਬਦ ਜਿਹੜਾ ਹੈਗਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸ ਲਈ ਨਾਮ ਸ਼ਬਦ ਦੀ ਥਾਂ 'ਤੇ ਪੜ੍ਹਨਾਂਵ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਪੜ੍ਹਨਾਂਵ ਦੀਆਂ ਕੁੱਲ 6 ਕਿਸਮਾਂ ਹਨ, ਜਿਨ੍ਹਾਂ ਵਿੱਚ ਸਭ ਤੋਂ ਪਹਿਲੀ ਕਿਸਮ ਜਿਹੜੀ ਸਾਡੀ ਹੈਗੀ ਪੁਰਖਵਾਚਕ ਪੜ੍ਹਨਾਂਵ, ਫਿਰ ਹੈਗੀ ਨਿਜਵਾਚਕ ਪੜ੍ਹਨਾਂਵ, ਫਿਰ ਹੈਗੀ ਨਿਸ਼ਚੈਵਾਚਕ ਪੜ੍ਹਨਾਂਵ, ਫਿਰ ਅਨਿਸ਼ਚੈਵਾਚਕ ਪੜ੍ਹਨਾਂਵ, ਫਿਰ ਸੰਬੰਧਵਾਚਕ ਪੜ੍ਹਨਾਂਵ ਅਤੇ ਪ੍ਰੇਸ਼ਨਵਾਚਕ ਪੜ੍ਹਨਾਂਵ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸ ਲੈਕਚਰ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਨਾ ਹੈ ਕਿਉਂਕਿ ਇਹਦੇ ਅੰਦਰ ਤੁਹਾਨੂੰ ਪੜ੍ਹਨਾਂਵ ਸੰਬੰਧੀ ਜਿਹੜੇ ਆਪਰੇਸ਼ਨ ਨੇ ਜਾਂ ਪੜ੍ਹਨਾਂਵ ਸੰਬੰਧੀ ਜਿਹੜੀ ਤੁਹਾਨੂੰ ਪੂਰੀ ਡਿਟੇਲ ਦਿੱਤੀ ਗਈ ਹੈ। ਜਦੋਂ ਤੁਸੀਂ ਪੂਰਾ ਲੈਕਚਰ ਸੁਣੋਗੇ ਤਾਂ ਤੁਹਾਨੂੰ ਪੜ੍ਹਨਾਂਵ ਸੰਬੰਧੀ ਜਿਹੜੀ ਤੁਹਾਡੀ ਕੋਈ ਵੀ ਕਨਫਿਊਜ਼ਨ ਹੋਏਗੀ ਉਹ ਕਲੀਅਰ ਹੋ ਜਾਵੇਗੀ। ਲੈਕਚਰ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣੋ ਅਤੇ ਆਪਣੇ ਸਾਥੀਆਂ ਨੂੰ ਅੱਗੇ ਫਾਰਵਰਡ ਕਰੋ ਅਤੇ ਇਹਨੂੰ ਸ਼ੇਅਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਤਾਂ ਜੋ ਤੁਹਾਡਾ ਤਾਂ ਫਾਇਦਾ ਹੋ ਰਿਹਾ ਹੋਰਾਂ ਦਾ ਵੀ ਫਾਇਦਾ ਹੋ ਸਕੇ। ਧੰਨਵਾਦ।